सत श्री अकाल, नमस्कार सारिਆਂ ਨੂੰ। सो ਆਪਾਂ ਇਕੁਏਸ਼ਨਸ ਆਫ ਮੋਸ਼ਨ ਕੈਲਕੂਲਸ ਮੈਥਡ ਦੇ ਨਾਲ ਡਰਾਈਵ ਕਰਾਂਗੇ। ਅਸੀਂ ਜਦੋਂ ਵੀ ਫਿਜ਼ਿਕਸ ਵਿੱਚ ਕੋਈ ਕੰਮ ਕਰਦੇ ਹਾਂ ਤੇ ਅਸੀਂ ਇੱਕ ਸਿਚੁਏਸ਼ਨ ਕੰਸੀਡਰ ਕਰਦੇ ਹਾਂ ਕਿ ਕੁਝ ਹੋ ਰਿਹਾ, ਉਹ ਕਿਉਂ ਹੋ ਰਿਹਾ, ਕਿੱਦਾਂ ਹੋ ਰਿਹਾ, ਉਹਦਾ ਕੀ ਹਿਸਾਬ ਕਿਤਾਬ ਆ, ਉਹ ਆਪਾਂ ਲਾਉਣ ਦੀ ਕੋਸ਼ਿਸ਼ ਕਰਦੇ ਹਾਂ। ਇੱਥੇ ਵੀ ਅਸੀਂ ਇੱਕ ਕੰਸੀਡਰ ਕੀਤਾ, ਮਤਲਬ ਅਸੀਂ ਆਪਣੇ ਵੱਲੋਂ ਸੋਚ ਲਿਆ ਜਾਂ ਮੰਨ ਲਿਆ ਕਿ ਜਾਂ ਇੱਕ ਸਿਚੁਏਸ਼ਨ ਮੰਨ ਲਈ ਵੀ ਇੱਦਾਂ ਹੈਗਾ। ਸੋ ਅਸੀਂ ਕੰਸੀਡਰ ਕਰਦੇ ਹਾਂ, ਕੰਸੀਡਰ ਏ ਬੋਡੀ, ਅਸੀਂ ਕੋਈ ਵਸਤੂ ਨੂੰ ਕੰਸੀਡਰ ਕਰਦੇ ਹਾਂ ਜਾਂ ਆਬਜੈਕਟ ਕੋਈ ਪਿੰਡ ਨੂੰ ਕੰਸੀਡਰ ਕਰਦੇ ਹਾਂ ਜਾਂ ਇਹ ਪਾਰਟੀਕਲ ਆਫ ਮਾਸ ਐਮ, ਕੋਈ ਪਾਰਟੀਕਲ ਜਾਂ ਕਣ ਆ ਜਿਹਦਾ ਮਾਸ ਐਮ ਆ, ਉਹਨੂੰ ਕੰਸੀਡਰ ਕਰਦੇ ਹਾਂ। ਪਰ ਇੱਥੇ ਫਿਲਹਾਲ ਆਪਾਂ ਪਾਰਟੀਕਲ ਦੀ ਗੱਲ ਨਹੀਂ ਕਰਾਂਗੇ, ਆਪਾਂ ਇੱਥੇ ਜਾਂ ਬੋਡੀ ਕਹਿ ਲਓ ਜਾਂ ਆਬਜੈਕਟ ਕਹਿ ਲਓ, ਦੋਨਾਂ 'ਚੋਂ ਕੋਈ ਇੱਕ ਗੱਲ ਕਹਿ ਲੈਣੀ ਆਪਾਂ। ਸੋ ਆ ਵੀ ਤੁਸੀਂ ਇਹ ਵਾਲੀ ਚੀਜ਼ ਵੀ ਲਿਖਣ ਦੀ ਆਪਾਂ ਨੂੰ ਲੋੜ ਨਹੀਂ ਹੈ। ਸੋ ਡਾਇਰੈਕਟਲੀ ਯੂ ਕੈਨ ਸੇ ਕੰਸੀਡਰ ਏ ਬੋਡੀ ਮੂਵਿੰਗ ਵਿਦ ਇਨੀਸ਼ੀਅਲ ਵੈਲੋਸਿਟੀ u। ਇਨੀਸ਼ੀਅਲ ਮਤਲਬ ਜਦੋਂ ਉਹ ਚੱਲਦੀ ਪਈ ਸੀ ਤਾਂ ਸ਼ੁਰੂ ਹੋਈ ਸੀ, ਜਦੋਂ ਅਸੀਂ ਉਹਨੂੰ ਨੋਟ ਕਰਨਾ, ਓਬਜ਼ਰਵ ਕਰਨਾ ਸ਼ੁਰੂ ਕੀਤਾ, ਉਸ ਵੇਲੇ ਉਹਦੀ ਜਿਹੜੀ ਸਪੀਡ ਸੀਗੀ, ਸੋ ਦੈਟ ਵਾਜ਼ u, ਉਹਨੂੰ ਅਸੀਂ u ਮੰਨਦੇ ਹਾਂ ਵੀ ਸ਼ੁਰੂ ਦੇ ਉੱਤੇ ਉਹਦੀ ਜਿਹੜੀ ਸਪੀਡ ਸੀਗੀ ਉਹ u ਸੀਗੀ। ਫਿਰ ਉਹ ਜਦੋਂ ਟਾਈਮ 0 ਸੀਗਾ ਤਾਂ ਮੰਨ ਲਓ ਕਿ ਇਹਨੇ ਕਵਰ ਕੀਤਾ, ਫਿਰ ਲੈਟ ਮੀਨਸ ਅਸੀਂ ਮੰਨ ਲਿਆ ਕਿ ਲੈਟ ਇਟ ਕਵਰਸ ਡਿਸਪਲੇਸਮੈਂਟ s। ਸੋ ਮੰਨ ਲਓ ਕਿ ਇਹਨੇ s ਡਿਸਪਲੇਸਮੈਂਟ ਜਿਹੜੀ ਆ ਉਹ ਕੀਤੀ ਹੈਗੀ ਆ, ਟਾਈਮ ਉਹਨੂੰ t ਲੱਗਿਆ ਹੈਗਾ ਅਤੇ ਇਹਨੇ ਅਟੇਨ ਕਰ ਲਈ, ਗੈਟ ਕਰ ਲਈ ਜਾਂ ਪ੍ਰਾਪਤ ਕਰ ਲਈ ਫਾਈਨਲ ਵੈਲੋਸਿਟੀ v। ਸੋ ਇਹਨੇ ਫਾਈਨਲ ਵੈਲੋਸਿਟੀ ਜਿਹੜੀ ਆ ਉਹ ਵੀ ਪ੍ਰਾਪਤ ਕਰ ਲਈ ਆ। ਅਤੇ ਇੱਦਾਂ ਉਹਦੀ ਜਿਹੜੀ ਵੈਲੋਸਿਟੀ ਉਹ ਬਦਲੀ ਕਿਉਂਕਿ ਉੱਥੇ ਐਕਸਲਰੇਸ਼ਨ ਸੀਗਾ, ਐਕਸਲਰੇਸ਼ਨ ਸੀਗਾ। ਹੁਣ ਇੱਥੇ ਆਪਾਂ ਨਾਲ ਲਿਖਣਾ ਕਿ ਕੌਨਸਟੈਂਟ ਐਕਸਲਰੇਸ਼ਨ ਹੈ, ਵੇਰੀਏਬਲ ਐਕਸਲਰੇਸ਼ਨ ਨਹੀਂ ਹੈਗਾ ਵੀ ਐਕਸਲਰੇਸ਼ਨ ਫਿਕਸ ਆ। ਜੇ ਉਹ 2 ਐਕਸਲਰੇਸ਼ਨ ਆ ਹਰ ਇੱਕ ਸੈਕਿੰਡ ਬਾਅਦ, ਜੇ ਉਹਦੀ ਜਿਹੜੀ ਯੂ ਕੈਨ ਸੇ ਕਿ ਉਹਦੀ ਜਿਹੜੀ ਵੈਲੋਸਿਟੀ ਆ ਮੰਨ ਲਓ 2 ਮੀਟਰ ਪਰ ਸੈਕਿੰਡ ਮੀਨਸ 2 ਮੀਟਰ ਸੈਕਿੰਡ ਦਿਸ ਥਿੰਗ, ਹਰ ਇੱਕ ਸੈਕਿੰਡ ਦੇ ਬਾਅਦ ਉਹਦੀ ਸਪੀਡ, ਉਹਦੀ ਵੈਲੋਸਿਟੀ ਇੰਨੀ ਬਦਲ ਜਾਂਦੀ ਆ ਹਰ ਇੱਕ ਸੈਕਿੰਡ ਬਾਅਦ, ਇਸ ਕਰਕੇ ਕੌਨਸਟੈਂਟ ਆ। ਜੇ ਹਰ ਇੱਕ ਸੈਕਿੰਡ ਬਾਅਦ, ਪਹਿਲੇ ਸੈਕਿੰਡ ਬਾਅਦ ਇੰਨੀ ਬਦਲ ਜਾਂਦੀ, ਦੂਜੇ ਸੈਕਿੰਡ ਬਾਅਦ 3 ਬਦਲ ਜਾਂਦੀ, ਤੀਜੇ ਸੈਕਿੰਡ ਬਾਅਦ 2.5 ਬਦਲ ਜਾਂਦੀ, ਚੌਥੇ ਬਾਅਦ 6 ਬਦਲ ਜਾਂਦੀ, ਪੰਜਵੇਂ ਬਾਅਦ 1 ਬਦਲ ਜਾਂਦੀ, ਤਾਂ ਫਿਰ ਉਸ ਵੇਲੇ ਉਹ ਵੇਰੀਏਬਲ ਐਕਸਲਰੇਸ਼ਨ ਹੋਣਾ ਸੀ। ਤਾਂ ਇਹੋ ਜਿਹੇ ਹਾਲਾਤ ਵਿੱਚ ਆਪਾਂ ਇਹ ਸਾਰੀ ਗੱਲਬਾਤ ਨਹੀਂ ਕਰ ਸਕਦੇ ਸੀ। ਸੋ ਇੱਥੇ ਅਸੀਂ ਇਹ ਬਹੁਤ ਜ਼ਰੂਰੀ ਗੱਲ ਆ ਕਿ ਐਕਸਲਰੇਸ਼ਨ ਕੌਨਸਟੈਂਟ ਹੋਣਾ ਚਾਹੀਦਾ ਆ, ਐਕਸਲਰੇਸ਼ਨ ਮਸਟ ਬੀ ਕੌਨਸਟੈਂਟ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਗੱਲ ਆ। ਸੋ ਅੱਗੇ ਜਾ ਕੇ ਵੀ ਤੁਹਾਨੂੰ ਸਮਝ ਲੱਗੂਗੀ। ਸੋ ਮਤਲਬ ਕਿ ਅਸੀਂ ਇੱਕ ਬੋਡੀ ਲਈ ਆ ਜਿਹੜੀ ਕਿ u ਸਪੀਡ ਨਾਲ ਜਾਂਦੀ ਪਈ ਸੀ, ਟਾਈਮ ਉਦੋਂ 0 ਹੋਇਆ ਸੀਗਾ, ਫਿਰ ਉਹਨੇ s ਦੂਰੀ ਤੈਅ ਕਰ ਲਈ, ਡਿਸਪਲੇਸਮੈਂਟ ਤੈਅ ਕਰ ਲਈ, ਐਕਚੁਅਲੀ ਵਿਸਥਾਪਨ ਕਹਿਣਾ ਚਾਹੀਦਾ, ਅਤੇ ਟਾਈਮ ਉਹਨੂੰ t ਲੱਗਾ ਹੈ ਸਾਰੀ ਗੱਲਬਾਤ ਨੂੰ। ਅਤੇ ਉਹਨੇ ਅਖੀਰ 'ਤੇ ਜਦੋਂ ਟਾਈਮ t ਆਪਾਂ t 'ਤੇ ਉਹਦੀ ਦੁਆਰਾ ਨੋਟ ਕੀਤਾ, ਓਬਜ਼ਰਵ ਕੀਤਾ ਉਹਨੂੰ, ਤਾਂ ਉਹਦੀ ਵੈਲੋਸਿਟੀ v ਹੋ ਚੁੱਕੀ ਸੀ। ਅਤੇ ਉਹਦੀ ਵੈਲੋਸਿਟੀ u ਤੋਂ ਵੀ ਇਸ ਲਈ ਬਦਲੀ ਕਿਉਂਕਿ ਬੋਡੀ ਕੌਨਸਟੈਂਟ ਐਕਸਲਰੇਸ਼ਨ ਦੇ ਨਾਲ ਮੂਵ ਕਰਦੀ ਪਈ ਸੀ। ਹੁਣ ਬਾਈ ਡੈਫੀਨੇਸ਼ਨ ਉਹ ਐਕਸਲਰੇਸ਼ਨ ਦੀ ਡੈਫੀਨੇਸ਼ਨ ਕੀ ਆ? ਐਕਸਲਰੇਸ਼ਨ ਦੀ ਡੈਫੀਨੇਸ਼ਨ ਹੁੰਦੀ ਆ ਰੇਟ ਆਫ ਚੇਂਜ ਆਫ ਵੈਲੋਸਿਟੀ ਵਿਦ ਰਿਸਪੈਕਟ ਟੂ ਟਾਈਮ। ਸੋ ਇਹ ਵਾਲੀ ਚੀਜ਼ ਨੂੰ ਆਪਾਂ ਲਿਖਦੇ ਹਾਂ dt ਆਫ dv, dt ਆਫ v ਜਾਂ dv ਬਾਈ dt। ਸੋ ਜਿੱਦਾਂ ਮਰਜ਼ੀ ਕਹਿ ਲਓ, ਇਹਨੂੰ ਅਸੀਂ ਇੱਕ ਨੰਬਰ ਰੱਖਤਾ ਇਹਦਾ ਵੀ, ਇਹ ਫਸਟ ਇਕੁਏਸ਼ਨ ਹੈ ਸਾਡੀ। ਜੇ ਆਪਾਂ ਉੱਦਾਂ ਐਕਸਲਰੇਸ਼ਨ ਦੀ ਡੈਫੀਨੇਸ਼ਨ ਦੇਖੀਏ ਤਾਂ ਉਹ ਕੀ ਬਣਦੀ ਆ, ਅਸੀਂ ਬੇਸਿਕਲੀ ਇਹ ਕਹਿੰਦੇ ਹਾਂ ਕਿ ਐਕਸਲਰੇਸ਼ਨ ਜਿਹੜਾ ਹੁੰਦਾ ਉਹ v2 - v1 ਓਵਰ t2 - t1 ਹੁੰਦਾ, ਚੇਂਜ ਇਨ ਵੈਲੋਸਿਟੀ, ਚੇਂਜ ਇਨ ਟਾਈਮ। ਸੋ ਇਹਨੂੰ ਆਪਾਂ ਫਿਰ ਕੀ ਕਹਿਣਾ ਕਿ ਜਿਹੜਾ ਆਹ ਵਾਲਾ ਚੇਂਜ ਇਨ ਟਾਈਮ ਆ ਨਾ, ਇਹਨੂੰ ਆਪਾਂ ਲਿਖਿਆ ਡੈਲਟਾ v, ਵੀ ਇਹਦੇ 'ਚ ਕੀ ਫਰਕ ਪਿਆ ਅਤੇ ਇਹਦੇ 'ਚ ਕੀ ਫਰਕ ਪਿਆ, ਉਹਨੂੰ ਡੈਲਟਾ t, ਇਹਦਾ ਛੋਟਾ ਨਾਮ, ਇਹ ਘਟਾ ਕੇ ਕੋਈ ਜਵਾਬ ਆਊਗਾ, ਉਹ ਜਿਹੜਾ ਘਟਾ ਕੇ ਜਵਾਬ ਆਊਗਾ ਉਹ ਡੈਲਟਾ v ਅਤੇ ਡੈਲਟਾ t ਹੈਗਾ। ਅਤੇ ਜਿਹੜਾ ਡੈਲਟਾ t ਆ ਨਾ, ਇਹ 0 ਦੇ ਨੇੜੇ ਹੋਣਾ ਚਾਹੀਦਾ, ਟੈਂਡਸ ਟੂ 0, ਇਹਨੂੰ ਕਹਿੰਦੇ ਟੈਂਡਸ ਟੂ 0, ਡੈਲਟਾ ਟੂ ਦਾ ਲਿਮਟ, ਡੈਲਟਾ t ਟੈਂਡਸ ਟੂ 0। ਇਹ ਲਿਮਟ ਦਾ ਲਿਖਣ ਦਾ ਤਰੀਕਾ ਵਾ ਕਿ ਜਿਹੜਾ ਫਰਕ ਆ ਨਾ ਟਾਈਮ ਦਾ, ਵੀ ਟਾਈਮ ਇੰਟਰਵਲ ਕਿੰਨਾ ਹੋਣਾ ਚਾਹੀਦਾ, ਉਹ ਟਾਈਮ ਇੰਟਰਵਲ 0 ਜਿੰਨਾ ਹੋਣਾ ਚਾਹੀਦਾ। ਹੁਣ 0 ਜਿੰਨਾ ਮੈਨੇ 0 ਦੇ ਬਰਾਬਰ ਨਹੀਂ ਆਪਾਂ ਕਹਿ ਰਹੇ, 0 ਦੇ ਨੇੜੇ ਕਹਿ ਰਹੇ ਹਾਂ। 0 ਦੇ ਨੇੜੇ ਕੌਣ ਆ? 0 ਦੇ ਨੇੜੇ ਆ ਦਿਸ ਇਜ਼ ਲਗਭਗ 0, ਇਹ ਜਿਹੜਾ ਅਪਰੋਕਸੀਮੇਟਲੀ 0 ਆ, ਜਾਂ 0.02 ਨੂੰ ਵੀ ਆਪਾਂ ਕਹਿ ਸਕਦੇ ਹਾਂ ਵੀ 0 ਦੇ ਨੇੜੇ ਆ, 0.00, ਇੱਕ ਹੋਰ ਵੀ ਜ਼ਿਆਦਾ 0 ਦੇ ਨੇੜੇ ਆ, ਪਰ ਇਹ 0 ਨਹੀਂ ਹੈਗੇ, ਦੇ ਆਰ ਨੋਟ ਜ਼ੀਰੋਜ਼।
ठीक है। सो इदां ही तुसीं जीरो के नैगेटिव वाली साइड पर भी जा सकते, बट टाइम इंटरवल आ इनू आपां पॉजिटिव ही मन्नांगे, नैगेटिव नहीं लेना। सो इस करके जिहड़ा टाइम इंटरवल आ सो ये जीरो के नेड़े आ, एग्जैक्टली जीरो नहीं हो सकता। इसलिए आपां कुछ ना कुछ समा ये हो सकता कि मान लो नैनो सैकेंड ही हो गया हो, 0.0000000000000 मान लो समथिंग, स्टिल इट इज़ नॉट जीरो। जे इत्थे मान लो जीरोआं तो कितनियां बड़ियां जीरोआं तो बाद भी एक लिखता ना, इट इज़ नॉट जीरो, इट टेंड्स टू जीरो। सो डेल्टा टी टेंड्स टू जीरो। ये बहुत ही छोटा समा आ, ये दिमाग 'च जे आपां फिजिक्स पढ़नी आ तो दिमाग 'च बिठा लो कि बहुत छोटे टाइम तो की भाव हुंदा आ कि ये टाइम बहुत ही घੱਟ ਹੁੰਦਾ ਵਾ ਤੇ टाइम जीरो टाइम ਜਿਹੜਾ ਹੈਗਾ ਉਹ ਤਾਂ ਪੋਸੀਬਲ नहीं हैगा, क्योंकि जिन्नी देर तक तुसी टाइम नोट करना उन्नी देर तक कोई ना कोई टाइम तो बीत ही जाना ना। मान लो तुसी को मैं घड़ी चालू की बंद करती, वो चालू करन बंद करन भी तो कितना टाइम लग गया ना। सो एक कंसैप्ट आ जिहड़ा असीं दिमाग 'च ही सोच सकते हैं, घड़ी के हिसाब नाल नहीं सोच सकते। घड़ी दे विच तुसीं एक सैकेंड ही नापदे, जिहड़ी आम तुहाडे कोल घड़ी हुंदी आ। आपां क्योंकि आपां +1 के स्टूडेंट आ, जिन्नी क नॉलेज आपां नूं हैगी है इंस्ट्रूमेंट्स के बारे पता, तो असीं सैकेंड वाली घड़ी जां वध तो वध जे किसी ने बच्चे ने देखी होगी तो अद्धे सैकेंड वाली जिहड़ी आ वो देखी हो सकदी आ। जां जिहड़ी अजकल ओह एथलैटिक्स जदों हुंदे आ, दौड़ां लगदियां, ओलंपिक खेडां हुंदियां, तो ਉਹਦੇ पिछे एक सकिंट तो बाद 100 तक गिनती दौड़ी ਜਾਂਦੀ ਆ। ਉਹ ਵਾਲੀ ਜਿਹੜੀ ਹੈਗੀ ਆ ਵੀ ਉਨੀ ਬਰੀਕੀ ਦੇ ਵਿੱਚ ਟਾਈਮ ਜਿਹੜਾ ਹੈਗਾ ਤੁਸੀਂ ਨੋਟ ਦੇਖਿਆ ਹੋਊਗਾ। ਅਦਰਵਾਈਜ਼ ਆਪਾਂ ਬਹੁਤ ਛੋਟੇ ਟਾਈਮ ਵੀ ਨੋਟ ਕਰ ਸਕਦੇ ਹਾਂ। ਸੋ ਖੈਰ ਇਸ ਚੱਕਰ 'ਚ ਆਪਾਂ ਨਹੀਂ ਲੈਣਾ। ਮੇਨ ਗੱਲ ਹੈ ਕਿ ਟਾਈਮ ਬਹੁਤ ਹੀ ਘੱਟ ਆ, ਇੰਨਾ ਘੱਟ ਆ ਕਿ ਜ਼ੀਰੋ ਜਿੰਨਾ ਟਾਈਮ ਆ। सो इस करके असी ये डेफिनेशन तो फिर इनू डी वी बटा डी टी मीनस डी डी टी ऑफ वी, मतलब डेरीवेटिव ऑफ वेलोसिटी विद रिस्पैक्ट टू टाइम। ये सारी गल मैथमैटिक्स इदां कहांगे, डेरीवेटिव ऑफ वेलोसिटी विद रिस्पैक्ट टू टाइम, डी डी टी ऑफ वी इनू आपां कहने बेसिकली डी डी टी ऑफ वी। इत्थे आपां कहने चेंज इन वेलोसिटी ओवर चेंज इन टाइम। सो ये अलग अलग तरीके नाल असीं गल नूं बोलदे हां। सो एक्चुअली आ सारी गल सिर्फ समझण लई सीगी, आह वाली गल विच तुसीं लिखण दी लोड़ नहीं हुंदी। सो ये तुहाडे समझाउण लई लिखिआ होया, तुसीं सिर्फ आ ही लिखना। सो ए इज इक्वल टू डी वी बाय डी टी। सो दिस इज़ फर्स्ट, दैन ए डी टी इक्वल टू डी वी। हुण इहनूं आपां क्रॉस करता, डी टी नूं इधर भेजता, ਇਹਦਾ ਨੰਬਰ 2 ਰੱਖ ਲਿਆ। ਹੁਣ ਇਹਨੂੰ ਅਸੀਂ ਇੰਟੈਗਰੇਟ ਕਰ ਦੇਣਾ, 2 ਜਿਹੜੀ ਇਕੁਏਸ਼ਨ 2 ਹੈਗੀ ਆ। ਸੋ ਵੀ ਇੰਟੈਗਰੇਟ ਦਿਸ ਇਕੁਏਸ਼ਨ ਔਨ ਬੋਥ ਸਾਈਡਸ, ਇੱਧਰ ਵੀ ਕਰ ਦੇਣਾ, ਇੱਧਰ ਵੀ ਕਰ ਦੇਣਾ। ਸੋ ਵੀ ਗੈਟ ਦਿਸ, ਸੋ ਏ ਡੀ ਟੀ ਡੀ ਵੀ, ਸੋ ਵੀ ਗੈਟ ਏ ਡੀ ਟੀ ਡੀ ਵੀ। ਸੋ ਇੰਟੈਗਰੇਸ਼ਨ ਔਨ ਬੋਥ ਸਾਈਡਸ। ਸੋ ਬਿਕੋਜ਼ a is constant, so it can be written here outside the integration sign. So integration ਤੋਂ ਇਹਨੂੰ ਬਾਹਰ ਲਿਖ ਲਿਆ, a dt is equal to dv। ਹੁਣ a is constant, we can take it out the integration। ਇਹ ਵਾਲੀ ਗੱਲ ਵੀ ਆਪਾਂ ਉੱਤੇ ਲਿਖ ਚੁੱਕੇ, ਇੱਥੇ ਦੁਬਾਰਾ ਲਿਖਣ ਦੀ ਲੋੜ ਨਹੀਂ ਹੈ, ਜਸਟ ਵੀ ਆਪਾਂ ਤੁਹਾਨੂੰ ਰਿਮਾਈਂਡ ਕਰਾਉਣ ਲਈ ਇੱਥੇ ਲਿਖੀ ਹੋਈ ਹੈ। ਤੁਸੀਂ ਉੱਥੇ ਪੇਪਰ 'ਚ ਜੇ ਆ ਜਾਂਦਾ ਤਾਂ ਲਿਖ ਦਿਓ, ਤਾਂ ਕੋਈ ਪ੍ਰੋਬਲਮ ਨਹੀਂ, ਬਟ ਇਟਸ ਓਕੇ ਜੇ ਤੁਸੀਂ ਇੱਥੇ ਤੱਕ ਕਰ ਦਿੰਦੇ ਹੋ। ਜਿੱਦਾਂ ਹੁਣ ਦੇਖੋ 2x dx ਆਪਾਂ ਇੰਟੈਗਰੇਟ ਕਰਨਾ ਹੋਵੇ ਤਾਂ ਇਹਦੇ 'ਚ 2 ਬਾਹਰ ਲਿਖ ਦਿੰਦੇ ਹੁੰਦੇ, x ਦਾ ਇੰਟੈਗਰੇਟ ਹੁੰਦਾ। ਸੋ ਕਿਉਂਕਿ 2 ਕੌਂਸਟੈਂਟ ਆ, ਸੋ ਜਿਹੜਾ ਕੌਂਸਟੈਂਟ ਹੁੰਦਾ ਉਹ ਬਾਹਰ ਆ ਜਾਂਦਾ, ਉਹਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ। ਸੋ ਇਸ ਕਰਕੇ ਕਿਉਂਕਿ ਐਕਸਲਰੇਸ਼ਨ ਕੌਂਸਟੈਂਟ ਆ, ਇਸ ਕਰਕੇ ਉਹਨੂੰ ਅਸੀਂ ਬਾਹਰ ਲਿਖ ਸਕਦੇ ਹਾਂ। ਜੇ ਕੌਂਸਟੈਂਟ ਨਾ ਹੁੰਦਾ, ਹੁਣ ਜਦੋਂ ਕੌਂਸਟੈਂਟ ਨਾ ਹੁੰਦਾ ਦਾ ਕੀ ਮਤਲਬ ਆ, ਫਿਰ ਐਕਸਲਰੇਸ਼ਨ ਦੀ ਵੈਲਿਊ ਜਿਹੜੀ ਹੋਣੀ ਸੀ ਉਹ ਇੱਦਾਂ ਦੀ ਹੋਣੀ ਸੀ 2t + 3t²। ਇੱਥੇ ਕਿਉਂਕਿ ਟੀ ਦੇ ਨਾਲ ਇੰਟੈਗਰੇਟ ਕਰਦੇ ਪਏ ਨਾ, ਇਸ ਕਰਕੇ ਇਹ ਜਿਹੜਾ ਉਹ ਟਾਈਮ ਡਿਪੈਂਡੈਂਟ ਹੋ ਸਕਦਾ, ਠੀਕ ਆ। ਸੋ ਇਹਦਾ ਕੋਈ ਐਕਸਪ੍ਰੈਸ਼ਨ ਹੋ ਸਕਦਾ, a ਕੈਨ ਬੀ 3t³। ਸੋ ਵਟ ਐਵਰ ਮੀਨਸ ਉਹਦੇ 'ਚ ਕੋਈ ਟਾਈਮ ਆ ਸਕਦਾ। ਸੋ ਉਹਦੇ ਨਾਲ ਫਿਰ ਕੀ ਹੋਣਾ ਸੀ, ਫਿਰ ਇਹ ਟਾਈਮ 'ਤੇ ਡਿਪੈਂਡ ਕਰਦਾ ਸੀ। ਤਾਂ ਫਿਰ ਅਸੀਂ ਇੱਥੇ ਮੰਨ ਲਓ 3t ਲਿਖਦੇ ਤਾਂ 3t dt ਦਾ ਇੰਟੈਗਰੇਟ ਕਰਨਾ ਪੈਣਾ ਸੀਗਾ। ਸੋ ਉਹਦੇ ਨਾਲ ਫਿਰ ਸਾਡੀ ਜਿਹੜੀ ਆ ਇੰਟੈਗਰੇਸ਼ਨ ਬਦਲ ਜਾਣੀ ਸੀ। ਸੋ ਕਿਉਂਕਿ ਇਹ ਕੌਂਸਟੈਂਟ ਆ, ਅਸੀਂ ਇਹਨੂੰ ਬਾਹਰ ਲਿਖ ਲਿਆ। ਸੋ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੰਸੈਪਟ ਆ ਕਿ ਐਕਸਲਰੇਸ਼ਨ ਕੌਂਸਟੈਂਟ ਲੈ ਕੇ ਅਸੀਂ ਇਹ ਸਾਰੀ ਐਕਸਪ੍ਰੈਸ਼ਨਸ ਬਣਾ ਰਹੇ ਹਾਂ। ਇਸੇ ਕਰਕੇ ਇੱਥੇ ਬਾਰ-ਬਾਰ ਮੈਂ ਜ਼ੋਰ ਦੇ ਰਿਹਾ ਕਿ ਇਹ ਕੌਂਸਟੈਂਟ ਹੈਗਾ, ਮਤਲਬ ਸਥਿਰਾਂਕ ਨਿਸ਼ਚਿਤ ਅੰਕ ਆ, ਉਹ ਬਦਲਦਾ ਨਹੀਂ ਹੈਗਾ, ਜਿੰਨਾ ਹੈਗਾ ਬਸ ਓਨਾ ਹੀ ਰਹਿੰਦਾ ਵਾ। ਸੋ a dt dv। ਸੋ ਹੁਣ ਇਹਨੂੰ ਜਦੋਂ ਅਸੀਂ ਇੰਟੈਗਰੇਟ ਕਰਾਂਗੇ ਉਹ ਸਿੱਧਾ ਹੀ ਜਿੱਦਾਂ ਹੁਣ dx ਦਾ ਇੰਟੈਗਰਲ ਆ ਤਾਂ x dx ਸੀਗਾ, ਜੇ ਇਕੱਲਾ ਹੀ dx ਹੋਵੇ dx ਦਾ ਇੰਟੈਗਰਲ ਤਾਂ ਉਹਦੀ ਵੈਲਿਊ x ਆਉਂਦੀ ਆ। ਸੋ ਇਹ ਆਪਾਂ ਆਲਰੇਡੀ ਇੰਟੈਗਰੇਸ਼ਨ ਤੋਂ ਸਿੱਖ ਚੁੱਕੇ ਹਾਂ। ਜੇ ਆਪਾਂ ਨਹੀਂ ਵੀ ਸਿੱਖਿਆ ਤਾਂ ਜਸਟ ਰਿਮੈਂਬਰ ਕਿ ਜਦੋਂ ਇੱਦਾਂ ਇੰਟੈਗਰੇਟ ਕਰਦੇ ਇੱਥੇ ਮਤਲਬ 1 ਲਿਖਿਆ ਹੁੰਦਾ, 1 dx is x, ਮਤਲਬ ਇੰਟੈਗਰੇਸ਼ਨ ਆਫ 1 dt is equal to t। ਸੋ ਜੇ ਇੱਦਾਂ ਲਿਖਿਆ ਮੀਨਸ 1 ਨਹੀਂ ਲਿਖਿਆ ਹੁੰਦਾ, ਇਟ ਮੀਨਸ 1 ਹੁੰਦਾ ਹੀ ਆ। ਸੋ ਇੱਕ ਤਾਂ ਕਿਸੇ ਨਾਲ ਜਿੱਦਾਂ ਹੁਣ ਮੈਂ 3 ਲਿਖਿਆ, 3 ਨਾਲ ਹਮੇਸ਼ਾ 1 ਗੁਣਾ ਹੈਗਾ ਹੀ ਆ। ਸੋ 1 ਲਿਖਿਆ ਜਾਂ ਨਹੀਂ ਲਿਖਿਆ ਇਹ 3 ਹੀ ਆ। ਸੋ ਇਟਸ ਓਕੇ।
सो देयरफॉर व्हेन यू आर रिटन ओनली dx इज x dt इज t सो इंटैग्रेशन सो इत्थे मतलब 1 है मीनस 1 ਦਾ ਜਿਹੜਾ क्योंकि बेसिकली ਤੁਸੀਂ ਕਹੋਗੇ ਇਹਦਾ ਇੰਟੈਗਰੇਸ਼ਨ ਦਾ ਜਿਹੜਾ ਇੰਟੈਗਰੇਸ਼ਨ dx ਲਿਖਣਾ ਜ਼ਰੂਰੀ ਹੁੰਦਾ ਤੇ ਇੱਥੇ ਕੋਈ fx ਹੋਣਾ ਚਾਹੀਦਾ ਸੀ ਤਾਂ ਉਹ fx ਇੱਥੇ 1 ਆ 1 ਦਾ ਇੰਟੈਗਰੇਟ t ਹੈਗਾ ਇਹਦਾ ਮਤਲਬ ਇਹ ਸਮਝ ਲਓ so therefore we write here so a dt will become at so we'll get a as it is dt ਦਾ ਇੰਟੈਗਰਲ t ਆ ਜਾਊਗਾ dv ਦਾ ਇੰਟੈਗਰਲ v ਆ ਜਾਊਗਾ ਜਿੱਦਾਂ dx ਦਾ x ਆਇਆ ਸੀ ਤੇ ਪਲੱਸ c ਸੋ ਪਲੱਸ c ਇਜ਼ ਕਨਸਟੈਂਟ ਆਫ ਇੰਟੈਗਰੇਸ਼ਨ c ਜਿਹੜਾ ਆ ਉਹ ਇੰਟੈਗਰੇਸ਼ਨ ਜਦੋਂ ਆਪਾਂ ਕੰਪਲੀਟ ਕਰਦੇ ਆ ਤਾਂ ਇੱਕ ਕਨਸਟੈਂਟ ਆਫ ਇੰਟੈਗਰੇਸ਼ਨ ਜ਼ਰੂਰ ਲਗਾਉਂਦੇ ਆ ਇਹ ਇੰਟੈਗਰੇਸ਼ਨ ਦੀ ਜਿਹੜੀ ਥਿਊਰੀ ਆ ਉਹਦੇ ਹਿਸਾਬ ਨਾਲ ਇਹ ਗੱਲ ਹੁੰਦੀ ਆ ਸੋ ਹੁਣ ਸਾਨੂੰ ਇਨੀਸ਼ੀਅਲ ਕੰਡੀਸ਼ਨਸ ਪਤਾ ਹੈਗੀਆਂ ਠੀਕ ਆ ਸੋ ਇਨੀਸ਼ੀਅਲ ਕੰਡੀਸ਼ਨਸ ਜਿਹੜੀਆਂ ਹੈਗੀਆਂ ਆ ਸੋ ਉਹਦੇ ਵਿੱਚ ਆਪਣੇ ਕੋਲ ਟਾਈਮ 0 ਜਦੋਂ ਸੀਗਾ ਤੇ ਵੈਲੋਸਿਟੀ ਜਿਹੜੀ ਸੀ ਉਸ ਵੇਲੇ u ਸੀਗੀ ਸੋ ਇਸ ਕਰਕੇ ਜਦੋਂ ਇਹ ਸਾਰੀਆਂ ਵੈਲਿਊਜ਼ ਜਿਹੜੀਆਂ ਆਹ ਵਾਲੀ ਵੈਲਿਊ ਆ ਇਹਨਾਂ ਨੂੰ ਆਪਾਂ ਨੰਬਰ 3 ਵਿੱਚ ਭਰਿਆ ਤਾਂ ਆਪਣੇ ਕੋਲ a × 0 = v ਦੀ ਥਾਂ ਤੇ u ਤੇ c ਦੀ ਥਾਂ ਤੇ c ਸੋ ਇਹ ਤਾਂ 0 ਹੋ ਗਿਆ ਸੋ ਦਿਸ ਵਿਲ ਬਿਕਮ ਕਿ ਗੁਣਾ ਹੋ ਕੇ 0 ਨਾਲ ਗੁਣਾ ਕਰੋ 0 ਹੋ ਜਾਂਦਾ ਸੋ ਇੱਥੋਂ ਆਪਣੇ ਕੋਲ u + c = 0 ਆ ਗਿਆ ਤਾਂ ਇੱਥੋਂ c = u ਨੂੰ ਇੱਕ ਪਾਸੇ ਭੇਜਤਾ c ਨੂੰ ਉੱਧਰ ਭੇਜਤਾ ਜਿੱਦਾਂ ਮਰਜ਼ੀ ਸਮਝ ਲਓ ਸੋ c ਦੀ ਵੈਲਿਊ -u ਆ ਗਈ ਤੇ ਇਹ ਵਾਲੀ c ਦੀ ਵੈਲਿਊ ਆਪਾਂ 3 ਨੰਬਰ ਦੇ ਵਿੱਚ ਜਦੋਂ ਭਰਦੇ ਹਾਂ ਤਾਂ at = v c ਦੀ ਜਗ੍ਹਾ ਕਿੰਨਾ ਆ ਗਿਆ -u ਸੋ -u ਸੋ ਇਹ ਵਾਲੇ ਰਿਲੇਸ਼ਨ ਨੂੰ ਆਪਾਂ ਜੇ ਸੈੱਟ ਕਰਕੇ ਲਿਖੀਏ ਤਾਂ v = u + at ਆਪਣੇ ਕੋਲ ਰਿਲੇਸ਼ਨ ਬਣ ਗਿਆ ਸੋ ਇਹ ਰਿਲੇਸ਼ਨ ਵੈਲੋਸਿਟੀ ਟਾਈਮ ਰਿਲੇਸ਼ਨ ਆ ਸੋ ਦਿਸ ਇਜ਼ ਵੈਲੋਸਿਟੀ ਟਾਈਮ ਰਿਲੇਸ਼ਨ ਠੀਕ ਹੈ ਨਾ ਸੋ ਇਹ ਵੈਲੋਸਿਟੀ ਟਾਈਮ ਰਿਲੇਸ਼ਨ ਜਿਹੜਾ ਹੈਗਾ ਸੋ ਵੈਲੋਸਿਟੀ ਟਾਈਮ ਰਿਲੇਸ਼ਨ ਹੈ ਨਾ ਸੋ ਵੈਲੋਸਿਟੀ ਟਾਈਮ ਰਿਲੇਸ਼ਨ ਆ ਸੋ ਦਿਸ ਇਜ਼ ਵੈਲੋਸਿਟੀ ਟਾਈਮ ਰਿਲੇਸ਼ਨ ਸੋ ਇਹ ਵਾਲਾ ਜਿਹੜਾ ਪਹਿਲਾ ਇਕੁਏਸ਼ਨ ਜਿਹੜੀ ਸੀਗੀ ਉਹ ਆਪਾਂ ਅਲੱਗ ਤਰੀਕੇ ਨਾਲ ਵੀ ਇੱਕ ਦਿਨ ਕੱਢੀ ਸੀਗੀ ਸੋ ਨਾਓ ਬਾਈ ਕੈਲਕੂਲਸ ਮੈਥਡ ਮਤਲਬ ਇੰਟੈਗਰੇਸ਼ਨ ਤੇ ਡੈਰੀਵੇਟਿਵ ਕਰਕੇ ਅਸੀਂ ਇਹ ਵਾਲੀ ਜਿਹੜੀ ਆ ਇਹ ਰਿਲੇਸ਼ਨ ਆ ਉਹਨੂੰ ਕੈਲਕੂਲੇਟ ਕਰ ਲਿਆ ਹੈਗਾ ਹੁਣ ਇਹ ਐਕਚੁਅਲੀ ਤੁਹਾਡਾ ਮੁੱਕ ਗਿਆ ਇਹ ਖਤਮ ਹੋ ਗਿਆ ਜਿਹੜਾ ਜੋ ਵੀ ਆਪਾਂ ਕੀਤਾ ਜੋ ਰਿਲੇਸ਼ਨ ਤੇ ਜਿੱਥੇ ਪਹੁੰਚਣਾ ਸੀ ਹੁਣ ਇਹਦੇ ਵਿੱਚ ਇੱਕ ਹੋਰ ਜਿਹੜੀ ਗੱਲ ਆਪਾਂ ਇੱਥੇ ਕਈ ਬੁੱਕਸ ਦੇ ਵਿੱਚ ਅਲੱਗ-ਅਲੱਗ ਤਰੀਕੇ ਨਾਲ ਕਰਦੇ ਆ ਉਹ ਥੋੜਾ ਮੈਂ ਡਿਸਕਸ ਕਰ ਦਿੰਦਾ ਸੋ ਵਾਟ ਦੇ ਡੂ ਕਿ ਜਿਹੜੀ ਇੱਥੇ ਉਹ ਇੰਟੈਗਰੇਟ ਕਰਦੇ ਆ ਆਪਾਂ ਕੀਤਾ a dt = dv ਨੂੰ ਇੰਟੈਗਰੇਟ ਕਰਨ ਦੇ ਬਾਰੇ ਗੱਲ ਕੀਤੀ ਉਹ ਕੀ ਕਰਦੇ ਆ ਕਿ a ਇੱਥੇ ਉਹਦੀ ਲਿਮਿਟ ਲਗਾ ਦਿੰਦੇ ਆ ਟਾਈਮ ਦੀ 0 ਤੋਂ t ਇੱਥੇ ਲਿਮਿਟ ਲਾਉਂਦੇ ਆ u ਤੋਂ ਲੈ ਕੇ v ਤੱਕ ਸੋ ਇਹਨਾਂ ਦੇ ਉੱਪਰ ਲਿਮਿਟ ਲਾ ਦਿੰਦੇ ਆ ਜਿਹੜੀ ਪਹਿਲਾਂ ਆਪਾਂ ਗੱਲ ਕੀਤੀ ਉਹਦੇ 'ਚ ਆਪਾਂ ਲਿਮਿਟ ਨਹੀਂ ਸੀ ਲਾਈ ਸੋ ਜਦੋਂ ਲਿਮਿਟ ਲਗਾ ਦਿੰਦੇ ਆ ਉਦੋਂ ਫਿਰ ਆਪਣੇ ਕੋਲ a ਕਨਸਟੈਂਟ ਆ ਉਹ ਤਾਂ ਬਾਹਰ ਆ ਜਾਊਗਾ ਆਪਾਂ ਪੂਰਾ ਸਟੈਪ ਕਰ ਲੈਂਦੇ ਆ dt = u ਤੋਂ ਲੈ ਕੇ v ਤੱਕ dv ਸੋ ਇਹ ਹੁਣ ਇਹਨਾਂ ਪਹਿਲੇ t 0 ਤੋਂ ਲੈ ਕੇ t ਤੱਕ v u ਤੋਂ ਲੈ ਕੇ v ਤੱਕ ਸੋ ਇਹ ਗੱਲ ਤੁਹਾਨੂੰ ਯਾਦ ਹੋਣੀ ਆ ਸੋ ਇਹ ਫਿਰ ਜਦੋਂ ਉੱਪਰਲੀ ਲਿਮਿਟ ਪਹਿਲੋਂ ਥੱਲੇ ਵਾਲੀ ਲਿਖ ਕੇ ਆਪਾਂ ਇਹਨੂੰ ਮਾਈਨਸ ਕਰ ਦਿੰਦੇ ਹੁੰਦੇ ਆ t ਆਹ ਵਾਲੇ t ਦੀ ਥਾਂ ਤੇ ਆਹ ਵਾਲੀ ਵੈਲਿਊ ਪਹਿਲੋਂ ਲਿਖਣੀ ਆ ਸੋ ਇਹ ਕਿੰਨੀ ਆ t ਸੋ ਇਸ ਲਈ t ਆਹ ਵਾਲੀ ਵੈਲਿਊ ਬਾਅਦ 'ਚ ਲਿਖ ਕੇ ਘਟਾ ਦੇਣੀ ਆ ਇੱਦਾਂ ਹੀ ਇੱਧਰ ਕਰਨਾ ਸੋ ਆਹ ਵਾਲੀ ਵੈਲਿਊ ਪਹਿਲੋਂ ਆ ਬਾਅਦ ਵਿੱਚ ਸੋ v - u ਠੀਕ ਆ ਸੋ ਇੱਥੋਂ ਆਪਣੇ ਕੋਲ ਬਣ ਗਿਆ at = v - u ਸੋ ਫਿਰ ਉਹੀ ਰਿਲੇਸ਼ਨ ਬਣ ਗਿਆ ਆਪਣੇ ਕੋਲ v = u + at ਹੁਣ ਇਹਦੇ ਵਿੱਚ ਕੀ ਫਰਕ ਪਿਆ ਇਹਦੇ ਵਿੱਚ ਪਲੱਸ c ਨਹੀਂ ਆਪਾਂ ਲਿਖਿਆ ਜਿਹੜਾ ਕਨਸਟੈਂਟ ਆਫ ਇੰਟੈਗਰੇਸ਼ਨ ਇੱਥੇ ਲਿਖਿਆ ਸੀ ਆਪਾਂ ਕਿਹਾ ਸੀ ਇੱਥੇ c ਆਣਾ ਵਾ ਸੋ ਜਦੋਂ ਇੱਥੇ ਆਪਾਂ ਲਿਮਿਟਸ ਨਹੀਂ ਲਾਈਆਂ ਤਾਂ ਆਪਾਂ ਇੱਥੇ ਫਿਰ c ਲਿਖਿਆ ਵਾ ਸੋ ਇਹ ਤੁਹਾਡੀ ਮਰਜ਼ੀ ਆ ਵੀ ਤੁਹਾਨੂੰ ਆਹ ਵਾਲਾ ਇੰਟੈਗਰੇਸ਼ਨ ਕਰਨਾ ਪਸੰਦ ਆ ਜਾਂ ਆਹ ਵਾਲਾ ਤਰੀਕਾ ਪਸੰਦ ਆ ਤੁਸੀਂ ਜਿਹੜਾ ਮਰਜ਼ੀ ਦੋਨਾਂ 'ਚੋਂ ਤਰੀਕਾ ਜਿਹੜਾ ਅਪਣਾ ਸਕਦੇ ਹੋ ਉਸ ਤੋਂ ਬਾਅਦ ਉਸ ਸਟੈਪ ਤੋਂ ਬਾਅਦ ਮੈਥਮੈਟਿਕਸ ਹੁਣ ਇਹਦੇ 'ਚ ਇੱਕ ਹੋਰ ਥੋੜ੍ਹੀ ਜਿਹੀ ਵੇਰੀਏਸ਼ਨ ਕੀ ਆਉਂਦੀ ਆ ਕਿ ਸਮਟਾਈਮਸ ਦੇ ਰਾਈਟ ਕਿ ਟਾਈਮ ਜਿਹੜਾ ਵਾ t1 ਤੋਂ ਲੈ ਕੇ t2 ਸੀਗਾ a dt ਮਤਲਬ ਆਪਾਂ ਤਾਂ ਸਾਰੀ ਗੱਲ 0t ਤੇ vu ਨਾਲ ਕੀਤੀ ਆ ਬਟ ਕਈ ਵਾਰੀ ਉਹ ਕਹਿੰਦੇ ਆ ਕਿ t1 ਟਾਈਮ ਤੇ ਉਹਦੀ ਇਨੀਸ਼ੀਅਲ ਜਿਹੜੀ ਸਪੀਡ ਸੀਗੀ ਉਹ u ਸੀਗੀ ਤੇ t2 ਟਾਈਮ ਤੇ ਉਹਦੀ ਸਪੀਡ v ਸੀਗੀ ਤੇ ਉਹ ਫਿਰ v1 ਤੇ v2 ਕਹਿੰਦੇ ਕਿ v1 ਸੀਗੀ t1 ਤੇ t2 ਤੇ v2 ਸੀਗੀ ਤਾਂ ਫਿਰ ਇਹਨੂੰ ਕਰੋ ਹਿਸਾਬ ਕਿਤਾਬ ਲਾ ਕੇ ਦਿਖਾਓ ਤਾਂ ਫਿਰ ਵੀ ਉਹ ਕੋਈ ਪ੍ਰੋਬਲਮ ਨਹੀਂ ਆਪਾਂ ਇਹਨੂੰ ਬਾਹਰ ਕੱਢਾਂਗੇ ਫਿਰ t ਦੀ ਵੈਲਿਊ t1 ਤੋਂ t2 ਕਰਾਂਗੇ ਇੱਧਰ v ਆਊਗਾ v1 ਤੋਂ v2 ਕਰਾਂਗੇ ਸੋ ਇਹ ਬਣ ਜਾਊਗਾ at2 - t1 = v2 - v1 ਸੋ ਇਹਦਾ ਮਤਲਬ ਫਾਈਨਲ ਵੈਲੋਸਿਟੀ v2 ਆ v2 = v1 + at2 - t1 ਸੋ ਇਸ ਤਰ੍ਹਾਂ ਇਹ ਬੇਸਿਕਲੀ v2 ਤੁਹਾਨੂੰ ਪਤਾ ਹੈ v ਹੁੰਦਾ ਵਾ ਤੇ ਆ ਜਿਹੜਾ ਹੁੰਦਾ ਹੈ u ਹੁੰਦਾ ਦਾ ਜਿਹੜਾ ਟਾਈਮ ਇੰਟਰਵਲ ਆ ਇਹਨੂੰ ਘਟਾ ਕੇ t ਆਉਂਦਾ ਹੁੰਦਾ ਵਾ ਸੋ ਰਿਲੇਸ਼ਨ ਇਜ਼ ਸੇਮ
ਸੋ ਮਤਲਬ ਲਿਖਣ ਦਾ ਦੱਸਣ ਦਾ ਤਰੀਕਾ ਜਿਹੜਾ ਹੈਗਾ ਉਹ ਡਿਫਰੈਂਟ ਹੋ ਸਕਦਾ ਆ। ਸੋ ਇਸ ਚੀਜ਼ ਨੂੰ ਤੁਸੀਂ ਧਿਆਨ ਦੇਣਾ ਹੈਗਾ ਵੀ ਕਿਸ ਤਰ੍ਹਾਂ ਇਹ ਗੱਲ ਹੋਈ, ਕਿਹੜੀ ਗੱਲ ਕਰਨੀ ਆ। ਫਿਰ ਤੁਸੀਂ ਇਹ ਜਿਹੜੀ ਆਹ ਵਾਲੀ ਇੰਟੈਗਰੇਸ਼ਨ ਸੀ ਲਗਾ ਕੇ ਕਰਨ ਵਾਲੀ, ਫਿਰ ਉਸ ਤੋਂ ਬਾਅਦ ਇਨੀਸ਼ੀਅਲ ਕੰਡੀਸ਼ਨਸ ਪੁੱਟ ਕਰਨੀਆਂ, ਜਾਂ ਕਿ ਤੁਸੀਂ ਇੰਟੈਗਰੇਸ਼ਨ ਇਸ ਢੰਗ ਨਾਲ ਕਰਨੀ ਹੈ ਕਿ ਲਿਮਿਟਸ ਪਹਿਲਾਂ ਹੀ ਲਾ ਦਿਓ ਤਾਂ ਤੁਸੀਂ ਸਿੱਧਾ ਹੀ ਆਨਸਰ 'ਤੇ ਪਹੁੰਚ ਦਿਓ, ਸੀ ਲੱਭਣ ਦੀ ਲੋੜ ਹੀ ਨਹੀਂ ਹੈਗੀ ਇਨੀਸ਼ੀਅਲ ਕੰਡੀਸ਼ਨ ਦੀ। ਜਾਂ ਦੂਸਰਾ ਇਹ ਤਾਂ ਫਿਰ ਡਿਫਰੈਂਟ ਹੀ ਹੋ ਗਿਆ, ਤੁਸੀਂ ਮਤਲਬ ਫਿਰ ਸਾਰੀ ਜਿਹੜੀ ਕੰਸੈਪਟ ਆ ਉਹ ਸਾਰਾ ਹੀ ਤੁਸੀਂ ਉੱਪਰੋਂ ਹੀ ਬਦਲੋਗੇ। ਫਿਰ ਤੁਸੀਂ ਆਹ ਸਾਰੀ ਜਗ੍ਹਾ 'ਤੇ ਬਦਲੋਗੇ, ਫਿਰ ਤੁਸੀਂ ਕਹੋਗੇ ਕੰਸੀਡਰ ਏ ਬੋਡੀ ਮੂਵਿੰਗ ਵਿਦ ਇਨੀਸ਼ੀਅਲ ਵੈਲੋਸਿਟੀ v1, ਫਿਰ ਇੱਥੇ v1 ਕਹੋਗੇ ਐਟ ਟਾਈਮ ਇਕੁਅਲ ਟੂ 0 ਦੀ ਥਾਂ 'ਤੇ t1 ਕਹੋਗੇ। ਲੈਟ ਇਟ ਕਵਰਜ਼ ਡਿਸਪਲੇਸਮੈਂਟ s, ਠੀਕ ਆ। ਸੋ ਇੱਥੇ ਵੀ ਬੇਸਿਕਲੀ ਤੁਸੀਂ ਫਿਰ ਇੱਥੇ ਕਹੋਗੇ ਕਿ ਉਹਦੀ ਪੋਜੀਸ਼ਨ x1 ਆ t1 ਤੇ ਪੋਜੀਸ਼ਨ x2 ਆ t2 ਤੇ ਫੋਰ ਟਾਈਮ t, ਇਹ ਟਾਈਮ ਇੰਟਰਵਲ t ਆ ਬੇਸਿਕਲੀ ਜਿਹੜਾ ਆਪਾਂ ਇੱਥੇ ਲਿਖਿਆ। ਬਟ ਇੱਥੇ ਕਹਾਂਗੇ ਐਟ ਟਾਈਮ t2। ਸੋ ਜਦੋਂ ਟਾਈਮ t2 ਹੋ ਗਿਆ ਉਹਦੀ ਪੋਜੀਸ਼ਨ x2 ਆ ਅਤੇ ਜਿਹੜੀ ਉਹਦੀ ਵੈਲੋਸਿਟੀ ਆ ਉਹ v2 ਬਣ ਗਈ, ਅਤੇ ਉਹਦੀ ਜਿਹੜੀ ਐਕਸਲਰੇਸ਼ਨ ਆ ਉਹ ਕੌਂਸਟੈਂਟ ਆ ਉਹ a ਹੈਗੀ ਆ। ਸੋ ਫਿਰ ਆਪਾਂ ਮਤਲਬ ਆਹ ਸਾਰੀ ਜਿਹੜੀ ਲੈਂਗੁਏਜ ਲਿਖਾਂਗੇ ਇਹਦੇ ਵਿੱਚ ਥੋੜ੍ਹਾ ਇਸ ਹਿਸਾਬ ਨਾਲ ਸਾਨੂੰ ਸੈੱਟ ਕਰਨਾ ਪਊਗਾ ਕਿ ਸਾਡੀ ਆ ਜਿਹੜੀ ਆ t1 t2 v1 v2 x1 x2 ਉਹ ਸਾਰਾ ਕੁਛ ਵਿੱਚ ਆ ਜਾਵੇ। ਸੋ ਓਬਵੀਅਸਲੀ ਤੁਸੀਂ ਕੋਈ ਵੀ ਮੈਥਡ ਜਿਹੜਾ ਹੈਗਾ ਅਡੋਪਟ ਕਰ ਸਕਦੇ ਹੋ। ਬੇਸਿਕਲੀ ਆ ਇਟਸ ਓਕੇ ਵੀ ਜਿਹੜਾ ਆਪਾਂ ਇੱਥੇ ਤੱਕ ਕਰਕੇ ਆ ਰਿਲੇਸ਼ਨ ਲੱਭਿਆ ਹੈਗਾ, ਦਿਸ ਇਜ਼ ਵੈਰੀ ਮੱਚ ਓਕੇ। ਸੋ ਇੱਦਾਂ ਕਰਨ ਨਾਲ ਤੁਹਾਡਾ ਜਿਹੜਾ ਕੰਮ ਆ ਰਿਲੇਸ਼ਨ ਹੀ ਬੇਸਿਕਲੀ ਆਪਾਂ ਲੱਭਣਾ ਸੀਗਾ, ਸੋ ਆਪਾਂ ਲੱਭ ਲਿਆ। So this is first equation of motion. So thank you.